ਹੈਲੋ ਸਟੂਡੈਂਟਸ ਆਫ ਕਲਾਸ 9th। ਅੱਜ ਅਸੀਂ ਆਪਣਾ ਜਿਹੜਾ ਪੰਜਾਬੀ ਪਾਠਕ੍ਰਮ ਦਾ ਅਗਲਾ ਪਾਠ ਪੜ੍ਹਨਾ ਹੈ, ਪਾਠ ਨੰਬਰ 10। ਇਹ ਜਿਹੜਾ ਪਾਠ ਹੈ ਉਹ ਕਵਿਤਾ ਹੈ। ਠੀਕ ਹੈ, ਜਿਹੜੀ ਕਵਿਤਾ ਨੰਬਰ 10 ਹੈ ਉਹ ਤੁਹਾਡੀ ਕੀ ਕਵਿਤਾ ਹੈ, ਜਿਸ ਦਾ ਸਿਰਲੇਖ ਹੈ ਆਓ ਤੇ ਜਾਓ। ਠੀਕ ਹੈ, ਅੱਜ ਅਸੀਂ ਆਪਣੀ ਅਗਲੀ ਕਵਿਤਾ ਪੜ੍ਹਨੀ ਹੈ ਜਿਸ ਦਾ ਸਿਰਲੇਖ ਕੀ ਹੈ, ਆਓ ਤੇ ਜਾਓ। ਅਸੀਂ ਇਸ ਪੋਇਮ ਨੂੰ ਰੀਡ ਵੀ ਕਰਾਂਗੇ ਤੇ ਇਸ ਦਾ ਮਤਲਬ ਵੀ ਸਮਝਾਂਗੇ। ਸਭ ਤੋਂ ਪਹਿਲਾ ਜਿਹੜਾ ਪੈਰਾ ਹੈ ਆਓ ਤੇ ਜਾਓ ਕਵਿਤਾ ਦੇ ਵਿੱਚ ਉਹ ਹੈ, ਰਹਿੰਦੇ ਸਨ ਇੱਕ ਪਿੰਡ ਵਿੱਚ ਦੋ ਭਾਈ, ਜਾਇਦਾਦ ਜਿਨ੍ਹਾਂ ਦੇ ਬਾਪ ਨੇ ਸੀ ਬਹੁਤ ਬਣਾਈ। ਇੱਕ ਦਿਨ ਪਾਣਾ ਵਰਤਿਆ ਉਹ ਦਿਨ ਵੀ ਆਇਆ, ਸਭ ਕੁਝ ਇੱਥੇ ਛੱਡ ਕੇ ਉਹ ਸੁਰਗ ਸਿਧਾਇਆ। ਠੀਕ ਹੈ, ਭਾਈ ਦਾ ਮਤਲਬ ਕੀ ਹੁੰਦਾ, ਦੋ ਸਗੇ ਭਰਾ। ਪਾਣਾ ਵਰਤਿਆ ਦਾ ਮਤਲਬ ਕੀ ਹੁੰਦਾ, ਜਿਹੜੇ ਔਖੇ ਸ਼ਬਦ ਹੁਣ ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ। ਪਾਣਾ ਵਰਤਿਆ ਦਾ ਮਤਲਬ ਹੁੰਦਾ ਹੈ ਰੱਬ ਦੀ ਮਰਜ਼ੀ ਨਾਲ ਕੁਝ ਘਟਨਾ ਵਾਪਰੀ। ਸੁਰਗ ਸਿਧਾਇਆ ਦਾ ਮਤਲਬ ਹੁੰਦਾ ਹੈ ਸਵਰਗਵਾਸ ਹੋ ਜਾਣਾ ਜਾਂ ਫਿਰ ਮੌਤ ਹੋ ਜਾਣੀ, ਮਰ ਜਾਣਾ। ਠੀਕ ਹੈ, ਮੀਨਿੰਗ ਸਮਝਦੇ ਹਾਂ। ਇੱਕ ਪਿੰਡ ਵਿੱਚ ਦੋ ਸਗੇ ਭਰਾ ਰਹਿੰਦੇ ਸੀ। ਉਹਨਾਂ ਦੇ ਬਾਪ ਨੇ ਉਹਨਾਂ ਦੇ ਲਈ ਬਹੁਤ ਸਾਰੀ ਜਾਇਦਾਦ ਇਕੱਠੀ ਕੀਤੀ ਹੋਈ ਸੀ, ਪਰ ਇੱਕ ਦਿਨ ਰੱਬ ਦੀ ਮਰਜ਼ੀ ਹੋਈ ਤੇ ਉਹ ਸਮਾਂ ਆ ਗਿਆ ਕਿ ਉਹਨਾਂ ਦਾ ਬਾਪ ਸਭ ਕੁਝ ਇੱਥੇ ਹੀ ਛੱਡ ਕੇ ਮਰ ਗਿਆ। ਨੈਕਸਟ ਪੈਰਾ ਜਿਹੜਾ ਹੈ, ਕੁਝ ਦਿਨ ਲੰਘੇ ਸੋਗ ਦੇ ਮੁਕਾਣਾ ਆਇਆ, ਵੰਡ ਲਈ ਜਾਇਦਾਦ ਫਿਰ ਆਪਸ ਵਿੱਚ ਪਾਈਆਂ ਮਤਲਬ ਭਰਾਵਾਂ ਨੇ। ਠੀਕ ਹੈ, ਪਹਿਲੀ ਡੰਗਰ ਵੰਡ ਲਏ। ਪਹਿਲੀ ਦਾ ਮਤਲਬ ਹੁੰਦਾ ਹੈ ਜ਼ਮੀਨ ਤੇ ਡੰਗਰ ਦਾ ਮਤਲਬ ਹੁੰਦਾ ਹੈ ਪਸ਼ੂ। ਠੀਕ ਹੈ, ਪਹਿਲੀ ਡੰਗਰ ਵੰਡ ਲਏ ਸਭ ਪੈਸਾ ਧੇਲੀ, ਸਾਰਾ ਪੈਸਾ। ਅੱਧੀ ਵੰਡ ਲਈ ਫਿਰ ਦੋਹਾਂ ਹਵੇਲੀ ਮਤਲਬ ਮਕਾਨ। ਠੀਕ ਹੈ, ਦੋਹਾਂ ਭਰਾਵਾਂ ਦੇ ਬਾਪ ਦੇ ਮਰਨ ਤੋਂ ਮਗਰੋਂ ਉਸ ਤੋਂ ਬਾਅਦ ਕੁਝ ਦਿਨ ਸੋਗ ਦੇ ਮਤਲਬ ਕੁਝ ਦਿਨ ਉਸ ਸ਼ੋਕ ਦੇ ਲੰਘੇ ਤੇ ਮੁਕਾਣਾ ਆਉਂਦਿਆਂ ਰਹੀ। ਠੀਕ ਹੈ, ਫਿਰ ਉਹਨਾਂ ਭਰਾਵਾਂ ਨੇ ਆਪਸ ਵਿੱਚ ਬਾਪ ਦੀ ਜਾਇਦਾਦ ਵੰਡ ਲਈ। ਕੁਝ ਦਿਨ ਬਾਪ ਦੇ ਮਰਨ ਤੋਂ ਪਿੱਛੋਂ ਮਗਰੋਂ ਕੀ ਹੋਇਆ, ਉਹਨਾਂ ਦੋਨਾਂ ਭਰਾਵਾਂ ਨੇ ਆਪਸ ਵਿੱਚ ਬਾਪ ਦੀ ਜਾਇਦਾਦ ਵੰਡ ਲਈ। ਉਹਨਾਂ ਨੇ ਸਾਰੀ ਜ਼ਮੀਨ ਘਰ ਤੇ ਸਾਰਾ ਪੈਸਾ ਵੀ ਵੰਡ ਲਿਆ ਤੇ ਨਾਲੇ ਜਿਹੜੀ ਹਵੇਲੀ ਉਹਨਾਂ ਦੇ ਬਾਪ ਨੇ ਬਣਾਈ ਹੋਈ ਸੀ ਉਸ ਨੂੰ ਵੀ ਆਪਸ ਦੇ ਵਿੱਚ ਅੱਧੀ ਵੰਡ ਲਈ। ਠੀਕ ਹੈ, ਦੇਖੋ ਥਰਡ ਪੈਰਾ ਜਿਹੜਾ ਹੈ, ਵੱਡੇ ਭਾਈ ਸੋਚਿਆ ਹੈ ਧਨ ਬਥੇਰਾ, ਕਰਾਂ ਕੰਮ ਮੈਂ ਕਿਸ ਲਈ, ਕੀ ਥੁੜਿਆ ਮੇਰਾ। ਕੰਮ ਲਈ ਉਸ ਰੱਖ ਲਏ ਕੁਝ ਨੌਕਰ ਚਾਕਰ, ਰਹਿਣ ਆਪ ਉਹ ਲੱਗ ਪਿਆ ਸ਼ਾਹਾਂ ਦੇ ਵਾਂਗਰ ਮਤਲਬ ਬਹੁਤ ਹੀ ਵੱਡੇ ਅਮੀਰ ਸ਼ਾਹੂਕਾਰਾਂ ਵਾਂਗ। ਠੀਕ ਹੈ, ਥੁੜਿਆ ਦਾ ਮਤਲਬ ਹੁੰਦਾ ਹੈ ਘਟਿਆ, ਕਿ ਮੇਰਾ ਕੀ ਘਟ ਰਿਹਾ ਹੈ। ਠੀਕ ਹੈ, ਮੇਰਾ ਕੀ ਕਮੀ, ਮੇਰੇ ਪੈਸੇ ਦੇ ਵਿੱਚ ਕੀ ਕਮੀ ਆ ਰਹੀ ਹੈ। ਨੌਕਰ ਚਾਕਰ ਮਤਲਬ ਨੌਕਰ ਹੁੰਦਾ ਹੈ। ਠੀਕ ਹੈ, ਬਥੇਰਾ ਮਤਲਬ ਬਹੁਤ ਜ਼ਿਆਦਾ। ਠੀਕ ਹੈ, ਬਾਪ ਦੇ ਮਰਨ ਮਗਰੋਂ ਉਸਦੀ ਵੱਡੀ ਜ਼ਮੀਨ ਜਾਇਦਾਦ ਤੇ ਮਾਲ ਡੰਗਰ ਨੂੰ ਵੰਡ ਕੇ ਦੋਹਾਂ ਭਰਾਵਾਂ ਵਿੱਚੋਂ ਵੱਡੇ ਨੇ ਸੋਚਿਆ ਕਿ ਉਸ ਕੋਲ ਗੁਜ਼ਾਰੇ ਲਈ ਬਹੁਤ ਧਨ ਹੈ, ਬਹੁਤ ਪੈਸਾ ਹੈ, ਉਸ ਕੋਲ ਕਿਸੇ ਚੀਜ਼ ਦੀ ਵੀ ਘਾਟਾ ਨਹੀਂ ਹੈ। ਇਸ ਕਰਕੇ ਉਸ ਨੂੰ ਕੰਮ ਦੀ ਕੋਈ ਜ਼ਰੂਰਤ ਨਹੀਂ। ਉਸਨੇ ਉਸ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ, ਇਸ ਕਰਕੇ ਉਸ ਨੂੰ ਕੰਮ ਦੀ ਕੋਈ ਜ਼ਰੂਰਤ ਨਹੀਂ ਹੈ। ਉਸਨੇ ਖੇਤਾਂ ਵਿੱਚ ਕੰਮ ਕਰਨ ਲਈ ਵੀ ਕੁਝ ਨੌਕਰ ਰੱਖ ਲਏ ਤੇ ਆਪ ਸ਼ਾਹੂਕਾਰਾਂ ਵਾਂਗ ਆਰਾਮ ਦੀ ਜ਼ਿੰਦਗੀ ਗੁਜ਼ਾਰਨ ਲੱਗਾ। ਨੈਕਸਟ ਪੈਰਾ, ਛੋਟਾ ਭਾਈ ਬਹੁਤ ਸੀ ਕਾਮਾਂ ਤੇ ਸਿਆਣਾ, ਮਿੱਠਾ ਸਭ ਨੂੰ ਬੋਲਦਾ ਸਭ ਦੇ ਮਨ ਭਾਣਾ ਮਤਲਬ ਸਾਰਿਆਂ ਦੇ ਮਨ ਨੂੰ ਬਹੁਤ ਚੰਗਾ ਲੱਗਦਾ ਸੀ। ਕਾਮਾਂ ਦਾ ਮਤਲਬ ਹੁੰਦਾ ਹੈ ਕਿ ਚੰਗੀ ਤਰ੍ਹਾਂ ਉਹ ਕੰਮ ਕਰਨ ਵਾਲਾ ਸੀ, ਮਿਹਨਤੀ ਬੰਦਾ ਸੀ। ਨੌਕਰ ਉਸ ਵੀ ਰੱਖ ਲਏ ਦੋ ਤਕੜੇ ਬੰਦੇ, ਉਸਨੇ ਵੀ ਨੌਕਰ ਰੱਖੇ ਦੋ ਤਗੜੇ ਜਿਹੇ ਮਤਲਬ ਜਾਨਦਾਰ ਜਾਂ ਫਿਰ ਦੋ ਬਲਵਾਨ ਬੰਦੇ ਉਸਨੇ ਕੰਮ ਤੇ ਰੱਖ ਲਏ। ਉਸ ਦੇ ਵਾਂਗ ਹੀ ਮਿਹਨਤੀ ਜਾਣਨ ਕੰਮ ਧੰਦੇ, ਉਸ ਦੇ ਵਾਂਗ ਹੀ ਉਹ ਮਿਹਨਤੀ ਸਨ ਜਿਹੜੇ ਸਾਰੇ ਕੰਮ ਧੰਦਿਆਂ ਨੂੰ ਕਰਨਾ ਜਾਣਦੇ ਸਨ। ਠੀਕ ਹੈ, ਇਸ ਦਾ ਮੀਨਿੰਗ ਵੀ ਤੁਹਾਨੂੰ ਦੱਸ ਦਿੰਦਾ ਹਾਂ ਦੀ ਕਿ ਬਾਪ ਦੀ ਜਾਇਦਾਦ ਦੀ ਵੰਡ ਕਰਕੇ ਭਾਰੀ ਧਨ ਸੰਪਤੀ ਪ੍ਰਾਪਤ ਕਰਨ ਵਾਲੇ ਦੋਹਾਂ ਭਰਾਵਾਂ ਵਿੱਚ ਛੋਟਾ ਭਰਾ ਬਹੁਤ ਹੀ ਸਿਆਣਾ ਤੇ ਕੰਮ ਵਿੱਚ ਦਿਲਚਸਪੀ ਲੈਣ ਵਾਲਾ ਸੀ। ਉਹ ਸਾਰਿਆਂ ਨਾਲ ਮਿੱਠਾ ਬੋਲਦਾ ਸੀ, ਜਿਸ ਕਰਕੇ ਉਹ ਸਾਰਿਆਂ ਨੂੰ ਚੰਗਾ ਲੱਗਦਾ ਸੀ। ਉਸਨੇ ਵੀ ਦੋ ਤਗੜੇ ਬੰਦੇ ਰੱਖ ਲਏ ਜਿਹੜੇ ਕਿ ਉਸ ਵਰਗੇ ਹੀ ਮਿਹਨਤੀ ਤੇ ਸਭ ਪ੍ਰਕਾਰ ਦੇ ਕੰਮ ਧੰਦੇ ਜਾਣਦੇ ਸਨ। ਠੀਕ ਹੈ, ਨੈਕਸਟ ਪੈਰਾ ਹੈ, ਦੋਵੇਂ ਕਾਮੇ ਮਿਹਨਤੀ ਤੇ ਤੀਜਾ ਭਾਈ,
जान तोड़ के तिहां ने करी बहुत कमाई, उधर वड्डे भाई दा हो गया सफाया, खेतों कुछ ना आया, कर खा मुकाया। ठीक है ना। ਇਸ ਦਾ ਮਤਲਬ ਕੀ ਹੈ? ਦੋਵੇਂ ਤਕੜੇ ਕਾਮੇ ਖੇਤਾਂ ਵਿੱਚ ਮਿਹਨਤ ਨਾਲ ਕੰਮ ਕਰਦੇ ਸਨ ਤੇ ਤੀਜਾ ਉਹਨਾਂ ਨਾਲ ਛੋਟਾ ਭਰਾ ਵੀ ਰਲ ਗਿਆ। ਮੀਨਸ ਜਿਹੜਾ ਛੋਟੇ ਭਰਾ ਨੇ ਦੋ ਬੰਦੇ ਰੱਖੇ ਸਨ, ਉਹ ਬੜੇ ਹੀ ਮਿਹਨਤੀ ਨਾਲ ਕੰਮ ਕਰਦੇ ਸਨ ਤੇ ਉਹਨਾਂ ਦੇ ਨਾਲ ਜਿਹੜਾ ਤੀਜਾ ਬੰਦਾ ਜਿਹੜਾ ਛੋਟਾ ਭਰਾ ਸੀ ਉਹ ਵੀ ਰਲ ਗਿਆ, ਮਿਲ ਗਿਆ। ਤਿੰਨਾਂ ਨੇ ਪੂਰਾ ਜ਼ੋਰ ਲਾ ਕੇ ਬਹੁਤ ਕਮਾਈ ਕੀਤੀ, ਬਹੁਤ ਧਨ ਜੋੜਿਆ। ਉਧਰ ਵੱਡੇ ਭਰਾ ਦੇ ਘਰ ਹੁੰਜਾ ਫਿਰ ਗਿਆ, ਮਤਲਬ ਕੁਝ ਵੀ ਨਾ ਆਇਆ, ਮਤਲਬ ਸਫਾਇਆ ਹੋ ਗਿਆ, ਖਾਲੀ ਹੋ ਗਿਆ। ਉਸਦੇ ਘਰ ਖੇਤਾਂ ਵਿੱਚੋਂ ਕੁਝ ਨਾ ਆਇਆ ਤੇ ਘਰ ਵਿੱਚ ਜੋ ਕੁਝ ਸੀ ਉਹ ਉਸਨੇ ਵਿਹਲੇ ਬੈਠ ਕੇ ਖਾ ਕੇ ਮੁਕਾ ਦਿੱਤਾ, ਖਾਲੀ ਕਰ ਦਿੱਤਾ। ਠੀਕ ਹੈ। ਨੈਕਸਟ ਜਿਹੜਾ ਪੈਰਾ ਹੈ, ਇੱਕ ਦਿਨ ਤਿੰਨੇ ਜਣੇ ਸਨ ਪਏ ਗੁੱਡਦੇ ਮੱਕੀ, ਬਾਬਾ ਸੰਤੂ ਆ ਗਿਆ ਹੱਥ ਸੋਟੀ ਚੱਕੀ। ਠੀਕ ਹੈ। ਤੇ ਨੈਕਸਟ ਜਿਹੜੀ ਲਾਈਨ ਸਨ ਉਹ ਨੀਚੇ ਹਨ। ਉਤੋਂ ਹੁਮਸ ਫਸਲ ਵੀ ਸੀ ਗੋਡਿਓਂ ਵੱਡੀ, ਤਿੰਨਾਂ ਜਣਿਆਂ ਫੇਰ ਵੀ ਗੋਡੀ ਨਾ ਵੱਡੀ। ਠੀਕ ਹੈ। ਇਸ ਪਿਆਰੇ ਦਾ ਮੀਨਿੰਗ ਅਸੀਂ ਸਮਝਦੇ ਹਾਂ। ਇੱਕ ਦਿਨ ਛੋਟਾ ਭਰਾ ਤੇ ਉਸਦੇ ਦੋਵੇਂ ਨੌਕਰ ਮੱਕੀ ਗੁੱਡ ਰਹੇ ਸਨ। ਉਧਰੋਂ ਬਾਬਾ ਸੰਤੂ ਹੱਥ ਵਿੱਚ ਸੋਟੀ ਫੜੀ ਉੱਥੇ ਆ ਪੁੱਜੇ। ਇੱਕ ਬਾਬਾ ਸੀ, ਬਾਬਾ ਸੰਤੂ। ਮੌਸਮ ਬੜਾ ਗਰਮ ਸੀ ਤੇ ਸੀਲਾ ਸੀ, ਪਰ ਹਵਾ ਬੰਦ ਸੀ। ਠੀਕ ਹੈ। ਹੁਮਸ ਅਸੀਂ ਬੋਲਦੇ ਹਾਂ, ਜੈਸੇ ਹਿੰਦੀ ਵਿੱਚ ਅਸੀਂ ਉਮਸ ਕਹਿੰਦੇ हैं। ठीक है। हम बोलते हैं उमस मौसम, मतलब गर्मी होंगी है बट कुछ भी हवा नहीं चल रही होंगी। ठीक है। बहुत ही गर्म मौसम ते हवा भी नहीं चलनी। ठीक है। फसल भी गोडियां नालों उच्ची सी, फसल भी चंगी तरह ਵੱਡੀ ਹੋ ਚੁੱਕੀ ਸੀ। ਇੰਨੀ ਗਰਮੀ ਵਿੱਚ ਵੀ ਤਿੰਨਾਂ ਨੇ ਗੋਡੀ ਦਾ ਕੰਮ ਬੰਦ ਨਾ ਕੀਤਾ, ਮਤਲਬ ਫਸਲ ਦਾ ਜਿਹੜਾ ਕੰਮ ਸੀ ਉਹ ਨਾ ਰੋਕਿਆ। ਠੀਕ ਹੈ। ਅਗਲਾ ਪੈਰਾ। ਬਾਬਾ ਸੰਤੂ ਬੋਲਿਆ, ਗੱਲ ਦੱਸ ਇੱਕ ਸ਼ੇਰਾ। ਸ਼ੇਰਾ ਦਾ ਮਤਲਬ ਹੁੰਦਾ ਹੈ ਸ਼ੇਰ ਵਰਗੇ ਬਹਾਦਰਾ ਇਨਸਾਨ। ਦਿੱਤਾ ਤੈਨੂੰ ਰੱਬ ਨੇ ਸੁੱਖ ਨਾਲ ਬਥੇਰਾ, ਇੱਕ ਗੱਲ ਦੀ ਅੱਜ ਤੱਕ ਮੈਨੂੰ ਸਮਝ ਨਾ ਆਈ, ਭੁੱਖਾ ਕਾਹ ਤੋਂ ਮਰ ਰਿਹਾ ਅੱਜ ਤੇਰਾ ਭਾਈ। ਠੀਕ ਹੈ। ਮੀਨਿੰਗ ਹੈ, ਛੋਟੇ ਭਰਾ ਨੂੰ ਆਪਣੇ ਦੇ ਦੋ ਨੌਕਰਾਂ ਨਾਲ ਹੁਮਸ ਭਰੇ ਮੌਸਮ ਵਿੱਚ ਮੱਕੀ ਦੀ ਗੋਡੀ ਕਰਦਿਆਂ ਵੇਖ ਕੇ ਬਾਬੇ ਸੰਤੂ ਨੇ ਉਸ ਨੂੰ ਕਿਹਾ ਕਿ ਸ਼ੇਰਾ, ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ, ਪਰ ਮੈਨੂੰ ਇੱਕ ਗੱਲ ਦੱਸ ਜਿਹੜੀ ਕਿ ਮੈਨੂੰ ਸਮਝ ਨਹੀਂ ਆਉਂਦੀ। ਤੂੰ ਮੈਨੂੰ ਇਹ ਦੱਸ ਕਿ ਅੱਜ ਕੱਲ੍ਹ ਤੇਰਾ ਭਰਾ ਵੱਡਾ ਭੁੱਖਾ ਕਿਉਂ ਮਰ ਰਿਹਾ ਹੈ। ਠੀਕ ਹੈ। ਨੈਕਸਟ ਪੈਰਾ। ਛੋਟੇ ਆਖਿਆ, ਬਾਬਾ ਜੀ ਤੁਸੀਂ ਆਪ ਸਿਆਣੇ, ਘਰੇ ਬੈਠਿਆਂ ਰੱਬ ਨੇ ਕਦ ਕੱਲੇ ਦਾਣੇ, ਬਸ ਇੱਕੋ ਹੀ ਗੱਲ ਹੈ ਹੋਰ ਫਰਕ ਨਾ ਦੂਜਾ, ਉਸ ਲਈ ਕੰਮ ਹਰਾਮ ਹੈ ਮੇਰੇ ਲਈ ਪੂਜਾ। ਠੀਕ ਹੈ। ਹੁਣ ਅਸੀਂ ਇਸ ਪੈਰੇ ਦਾ ਮੀਨਿੰਗ ਵੇਖਦੇ ਹਾਂ। ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਆਪ ਹੀ ਬਹੁਤ ਸਿਆਣੇ ਹੋ ਤੇ ਸਾਰੀ ਗੱਲ ਸਮਝਦੇ ਹੋ, ਜਾਣਦੇ ਹੋ। ਰੱਬ ਕਦੇ ਵੀ ਕਿਸੇ ਨੂੰ ਘਰ ਵਿਹਲੇ ਬੈਠ ਕੇ ਦਾਣੇ ਨਹੀਂ ਭੇਜਦਾ। ਮੇਰੇ ਤੇ ਮੇਰੇ ਵੱਡੇ ਭਰਾ ਦੇ ਵਿੱਚ ਇੱਕੋ ਫਰਕ ਹੈ, ਹੋਰ ਕੋਈ ਨਹੀਂ। ਉਹ ਇਹ ਹੈ ਕਿ ਉਹ ਕੰਮ ਕਰਨਾ ਬੁਰਾ ਸਮਝਦਾ ਹੈ, ਪਰ ਮੈਂ ਕੰਮ ਨੂੰ ਭਗਤੀ ਸਮਝਦਾ ਹਾਂ। ਠੀਕ ਹੈ। ਮੈਂ ਕੰਮ ਹੀ ਨੂੰ ਹੀ ਭਗਤੀ ਸਮਝਦਾ ਹਾਂ। ਠੀਕ ਹੈ। ਜਿਵੇਂ ਅਸੀਂ ਇੰਗਲਿਸ਼ ਵਿੱਚ ਵੀ ਸੁਣਿਆ ਹੈ ਕਿ ਵਰਕ ਇਜ਼ ਵਰਸ਼ਿਪ। ਠੀਕ ਹੈ। ਲਾਸਟ ਪੈਰਾ ਹੁਣ ਅਸੀਂ ਵੇਖਾਂਗੇ। ਹੁਣ ਅਸੀਂ ਲਾਸਟ ਪੈਰਾ ਪੜ੍ਹਾਂਗੇ। ਉਹ ਕਾਮਿਆਂ ਨੂੰ ਆਖਦੇ ਬਈ ਕੰਮ ਤੇ ਜਾਓ, ਮੈਂ ਕਾਮਿਆਂ ਨੂੰ ਆਖਦਾ ਬਈ ਕੰਮ ਤੇ ਆਓ। ਕਦੇ ਨਾ ਆਇਆ ਖੇਤ ਵਿੱਚ ਉਹ ਮਾਰਨ ਗੇੜੇ, ਮੈਂ ਪਰ ਖੇਤੋਂ ਗਿਆ ਨਹੀਂ ਬਿਨਾਂ ਕੰਮ ਨਬੇੜੇ। ਠੀਕ ਹੈ। ਇਹ ਲਾਸਟ ਪੈਰਾ ਹੈ। ਛੋਟੇ ਭਰਾ ਨੇ ਬਾਬਾ ਸੰਤੂ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਕਾਮਿਆਂ ਨੂੰ ਕਹਿੰਦਾ ਹੈ ਕਿ ਉਹ ਕੰਮ ਤੇ ਚਲੇ ਜਾਣ, ਮਤਲਬ ਕੰਮ ਤੇ ਜਾਓ, ਮਤਲਬ ਤੁਸੀਂ ਚਲੇ ਜਾਓ, ਮੈਂ ਨਹੀਂ ਆਵਾਂਗਾ। ਪਰ ਜਿਹੜਾ ਛੋਟਾ ਭਰਾ ਹੈ ਉਹ ਕਾਮਿਆਂ ਮਤਲਬ ਕੰਮ ਕਰਨ ਵਾਲੇ ਬੰਦਿਆਂ ਨੂੰ ਕੀ ਕਹਿੰਦਾ ਹੈ ਕਿ ਆਓ ਅਸੀਂ ਕੰਮ ਤੇ ਜਾਈਏ, ਆਓ ਅਸੀਂ ਮੀਨਸ ਆਓ। ਛੋਟਾ ਭਰਾ ਕਹਿੰਦਾ ਸੀ ਕੰਮ ਤੇ ਆਓ, ਮਤਲਬ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਤੇ ਤੁਸੀਂ ਮੇਰੇ ਨਾਲ ਆਓ। ਪਰ ਵੱਡਾ ਭਰਾ ਕੀ ਕਹਿੰਦਾ ਸੀ ਕੰਮ ਕਰਨ ਵਾਲੇ ਬੰਦੇ ਨੂੰ ਕਿ ਕੇਵਲ ਤੁਸੀਂ ਹੀ ਕੰਮ ਤੇ ਜਾਓ, ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ। ਠੀਕ ਹੈ। ਤੇ ਨਾ ਹੀ ਉਹ ਕਦੇ ਕੰਮ ਕਰਦਿਆਂ ਬੰਦਿਆਂ ਨੂੰ ਵੇਖਣ ਲਈ ਗੇੜਾ ਮਾਰਨ ਜਾਂਦਾ ਸੀ। ਪਰ ਛੋਟਾ ਭਰਾ ਜਦੋਂ ਤੱਕ ਕੰਮ ਖਤਮ ਨਹੀਂ ਹੁੰਦਾ ਸੀ ਉਹ ਕੰਮ ਨੂੰ ਛੱਡ ਕੇ ਘਰ ਖੇਤੋਂ ਵਾਪਸ ਨਹੀਂ ਜਾਂਦਾ ਸੀ। ਠੀਕ ਹੈ। ਹੁਣ ਮੈਂ ਸੋਚਦਾ ਹਾਂ ਕਿ ਜਿਹੜੇ ਕਵਿਤਾ ਦੀ ਸਿਰਲੇਖ ਸੀ ਉਹ ਤੁਹਾਨੂੰ ਸਮਝ ਆ ਗਿਆ ਹੋਣਾ। ਆਓ ਤੇ ਜਾਓ। ਛੋਟਾ ਭਰਾ ਕੀ ਕਹਿੰਦਾ ਸੀ, ਆਓ। ਠੀਕ ਹੈ। ਮੇਰੇ ਨਾਲ ਤੁਸੀਂ ਕੰਮ ਕਰਨ ਲਈ ਆਓ। ਲੇਕਿਨ ਵੱਡਾ ਭਰਾ ਕੀ ਕਹਿੰਦਾ ਸੀ ਆਪਣੇ ਕੰਮ ਕਰਨ ਵਾਲੇ ਬੰਦਿਆਂ ਨੂੰ ਕਿ ਤੁਸੀਂ ਕੰਮ ਤੇ ਜਾਓ। ਇਸੇ ਕਾਰਨ ਇਸ ਕਵਿਤਾ ਦਾ ਸਿਰਲੇਖ ਵੀ ਕੀ ਹੈ, ਆਓ ਤੇ ਜਾਓ। ਇਸ ਕਵਿਤਾ ਦੇ ਵਿੱਚ ਕਵੀ ਬਹੁਤ ਹੀ
ਇੱਕ ਵੱਡਾ ਸੰਦੇਸ਼ ਦਿੰਦਾ ਹੈ ਕਿ ਸਾਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ। ਠੀਕ ਹੈ, ਹੁਣ ਤੁਸੀਂ ਇਸ ਦੇ ਨੀਚੇ ਕੁਐਸਚਨ ਆਨਸਰਸ ਵੇਖ ਸਕਦੇ ਹੋ ਤੇ ਕੁਐਸਚਨ ਆਨਸਰਸ ਤੁਹਾਨੂੰ WhatsApp ਗਰੁੱਪ ਦੇ ਵਿੱਚ ਸੈਂਡ ਕਰ ਦਿੱਤੇ ਜਾਣਗੇ। ਬਟ ਹਰ ਚੈਪਟਰ ਦੇ ਵਾਂਗ ਹੀ ਜਿਹੜਾ ਇਹ ਚੌਥਾ ਸਵਾਲ ਹੈ, ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ, ਇਹ ਤੁਸੀਂ ਆਪ ਕਰਨੇ ਹਨ। ਠੀਕ ਹੈ, ਇਹ ਤੁਹਾਡਾ ਹੋਮਵਰਕ ਹੈ। 4 ਮੁਹਾਵਰੇ ਦਿੱਤੇ ਗਏ ਹਨ। ਭਾਣਾ ਵਰਤਣਾ ਮੈਂ ਤੁਹਾਨੂੰ ਦੱਸਿਆ ਸੀ ਕਿ ਰੱਬ ਦੀ ਮਰਜ਼ੀ ਨਾਲ ਕੋਈ ਘਟਨਾ ਵਾਪਰਨੀ। ਸੁਰਗ ਸਿੱਧ ਹੋਣਾ ਮਤਲਬ ਸੁਰਗਵਾਸ ਹੋ ਜਾਣਾ, ਮਰ ਜਾਣਾ। ਸਫਾਇਆ ਹੋਣਾ ਮਤਲਬ ਖਾਲੀ ਹੋ ਜਾਣਾ ਸਭ ਕੁਝ। ਠੀਕ ਹੈ ਨਾ, ਹਾਂਜੀ। ਤੇ ਲਾਸਟ ਦੇ ਵਿੱਚ ਹੈ ਜਾਨ ਤੋੜਨਾ। ਜਾਨ ਤੋੜਨਾ ਮਤਲਬ ਸਖਤ ਮਿਹਨਤ ਕਰਨਾ। ਠੀਕ ਹੈ, ਪੂਰੀ ਜਾਨ ਦੇ ਨਾਲ ਮਿਹਨਤ ਕਰਨਾ। ਇਹ ਤੁਹਾਡਾ ਕਵਿਤਾ ਸੀ, 10ਵੀਂ ਕਵਿਤਾ ਆਓ ਤੇ ਜਾਓ। ਠੀਕ ਹੈ, ਸੋ ਥੈਂਕ ਯੂ ਐਂਡ ਗॉड ब्लेस यू।